ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਇਆ ਸਦਨ ਤੇ ਬਦਨ ਤੇ ਬਚਨ ਸੁਨੇ ਗਾਤ ਦੈਨ। ਹਿਰਦੈ ਸ਼ੁੱਧ ਬੰਧਨ ਕਰਤ ਸਿੱਖ ਭਏ ਮਨ ਚੈਨ। ਦਇਆ ਸਦਨ ਕੇ ਬਦਨ ਤੇ ਬਚਨ ਸੁਨੇ ਗਾਤ ਦੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਮਾਲੀਏ ਕੁਲ ਆਲਮ ਚਵਰ ਤਖਤ ਸਿੰਘਾਸਨਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸੰਧਿਆ ਦੇ ਸਮੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਹੋ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਲੜੀਵਾਰ ਜੋ ਗੁਰ ਇਤਿਹਾਸ ਦੀ ਕਥਾ ਹੈ ਉਸ ਨੂੰ ਸ਼ਰਵਣ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਹ ਜੋ ਪਾਵਨ ਗ੍ਰੰਥ ਦੀ ਕਥਾ ਹੈ, ਇਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ। ਇਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ, ਜੋ ਆਪਾਂ ਹਰ ਰੋਜ਼ ਸ਼ਰਵਣ ਕਰਦੇ ਹਾਂ। ਇਹ ਪਾਵਨ ਗ੍ਰੰਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਜਿਸ ਵੇਲੇ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਹੋਈ ਹੈ, ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ, ਮਨ ਦੇ ਵਿੱਚ ਸੰਕਲਪ ਕੀਤਾ ਹੈ ਕਿ ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੰਸਾਰ ਨੂੰ ਤਾਰ ਰਹੇ ਸਨ, ਜਿਸ ਤਰ੍ਹਾਂ ਬਾਲਪਣੇ ਦੇ ਕੌਤਕ, ਬਿਰਧ ਅਵਸਥਾ ਦੇ ਜੋ ਕੌਤਕ ਨੇ ਕਿਸ ਤਰ੍ਹਾਂ ਕੀਤੇ ਨੇ, ਉਸ ਸਾਰੇ ਹੀ ਇਤਿਹਾਸ ਨੂੰ ਕਿਹੜਾ ਸਿੱਖ ਹੈ ਉਹ ਸਾਡੇ ਤਾਈਂ ਸੁਣਾਉਣਾ ਕਰੇਗਾ ਔਰ ਉਸ ਨੂੰ ਲਿਖਵਾਇਆ ਜਾਵੇਗਾ। ਫਿਰ ਉਸ ਵੇਲੇ ਭਾਈ ਬਾਲਾ ਜੀ ਦਾ ਮਿਲਾਪ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਹੋਇਆ ਹੈ। ਭਾਈ ਬਾਲਾ ਜੀ ਨੂੰ ਜਿਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਮਿਲੇ ਨੇ, ਉਸ ਵੇਲੇ ਭਾਈ ਬਾਲਾ ਜੀ ਨੂੰ ਸਾਰੀ ਹੀ ਜੋ ਸਾਖੀਆਂ ਨੇ, ਜੀਵਨ ਕਾਲ ਜਿਤਨਾ ਵੀ ਭਾਈ ਬਾਲਾ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਬਤੀਤ ਕੀਤਾ ਹੈ, ਉਹ ਸਾਰਾ ਹੀ ਇਤਿਹਾਸ ਜੋ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸ਼ਰਵਣ ਕੀਤਾ ਹੈ ਔਰ ਲਿਖਵਾਉਣਾ ਕੀਤਾ ਹੈ। ਬਾਲਾ ਕਰਤ ਉਚਾਰ ਮੁਖ ਪੈੜੇ ਲਿਖੀ ਸੁਧਾਰ, ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਦਾਰ। ਸਾਧ ਸੰਗਤ ਜੀ, ਇਹ ਜੋ ਪਾਵਨ ਕਥਾ ਹੈ, ਭਾਈ ਬਾਲਾ ਜੀ ਮੁਖ ਤੋਂ ਉਚਾਰਨ ਕਰਦੇ ਨੇ। ਜੋ ਪੈੜਾ ਮੋਕਾ ਖੱਤਰੀ ਹੈ ਸੁਲਤਾਨਪੁਰ ਦੇ ਵਿੱਚ ਜਿਸ ਦਾ ਵਾਸ ਹੈ, ਉਸ ਨੇ ਸੁਧਾਰ ਕਰਕੇ ਸਮਝ ਕਰਕੇ ਇਸ ਕਥਾ ਨੂੰ ਲਿਖਿਆ ਹੈ। ਲਿਖਵਾਈ ਅੰਗਦ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਕਥਾ ਨੂੰ ਲਿਖਵਾਉਣਾ ਕੀਤਾ ਹੈ। ਕਿਸ ਵਾਸਤੇ ਲਿਖਵਾਇਆ ਹੈ? ਜਗ ਕੇ ਕਾਜ ਉਦਾਰ। ਕਿਸ ਕੰਮ ਵਾਸਤੇ ਲਿਖਵਾਇਆ? ਇਸ ਦਾ ਪਰਪਸ ਕੀ ਸੀ ਲਿਖਵਾਉਣ ਦਾ? ਕਿ ਜਗਤ ਦਾ ਉਧਾਰ ਹੋਣਾ ਕਰੇ। ਜੋ ਵੀ ਇਸ ਕਥਾ ਨੂੰ ਸ਼ਰਵਣ ਕਰੇਗਾ, ਪੜ੍ਹੇ ਸੁਣੇ,
ਸਿੱਖ ਗੁਰਮਤਿ ਭਾਵੈ। ਪੜ੍ਹ ਕਰਕੇ ਔਰ ਸ਼ਰਵਣ ਕਰਕੇ ਜਿਹੜੇ ਸਿੱਖ ਨੇ ਉਹ ਗੁਰੂ ਦੀ ਮੱਤ ਨੂੰ ਧਾਰਨ ਕਰਨਗੇ। ਐਸਾ ਆਪਾਂ ਨੂੰ ਸੁਭਾਗ ਸਮਾਂ ਜੋ ਪ੍ਰਾਪਤ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ ਜੋ ਕਥਾ ਵਿਚਾਰ ਸ਼ਰਵਣ ਕਰਨ ਦਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਯਮੁਨਾ ਦੇ ਕੰਢੇ ਦੇ ਉੱਪਰ ਆ ਕਰਕੇ ਬਿਰਾਜਮਾਨ ਹੋਏ ਨੇ, ਬੈਠੇ ਨੇ, ਉਸ ਵੇਲੇ ਉਸ ਅਸਥਾਨ ਦੇ ਉੱਪਰ ਪੁਰਬ ਚੱਲ ਰਿਹਾ ਹੈ, ਮੇਲਾ ਚੱਲ ਰਿਹਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਜੋ ਪੰਡਤ ਨੇ, ਵਿਦਵਾਨ ਨੇ, ਜੋ ਉਸ ਅਸਥਾਨ ਤੇ ਪਹੁੰਚੇ ਹੋਏ ਹਨ, ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਹੈ, ਭਾਵ ਮਨ ਦੀ ਜਿਹੜੀ ਦਸ਼ਾ ਹੈ, ਉਸ ਨੂੰ ਜਾਣ ਲਿਆ ਹੈ ਕਿ ਇਹ ਜਿਹੜੇ ਲੋਕ ਨੇ ਇਸ ਮੇਲੇ ਦੇ ਉੱਪਰ ਪਹੁੰਚੇ ਹੋਏ ਨੇ, ਇਹਨਾਂ ਦੇ ਮਨ ਦੀ ਹਾਲਤ ਕੀ ਹੈ, ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਭਾਵ ਇਹ ਬਾਹਰੋਂ ਭੇਖ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ, ਪਰ ਅੰਦਰ ਦੇ ਵਿੱਚ ਇਹਨਾਂ ਦੇ ਕਪਟ ਚੱਲ ਰਿਹਾ ਹੈ, ਛਲ ਚੱਲ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਕਿਸੇ ਨੇ ਵੀ ਵਿਜੇਤਾ ਪ੍ਰਾਪਤ ਨਹੀਂ ਕੀਤੀ ਹੈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਪੰਡਤਾਂ ਦੀ, ਉਹਨਾਂ ਜਿਹੜੇ ਗੁਣੀ ਗਿਆਨੀ ਕਹਾਉਂਦੇ ਨੇ, ਜਿਹੜੇ ਗੱਲਾਂ ਦੇ ਨਾਲ ਅਸਮਾਨ ਥੱਲੇ ਸਿੱਟਦੇ ਨੇ, ਪਰ ਆਪਣੇ ਪੱਲੇ ਉਹਨਾਂ ਦੇ ਕੁਛ ਵੀ ਨਹੀਂ ਹੈ। ਉਹਨਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕੱਲ ਦੇ ਦੀਵਾਨਾਂ ਦੇ ਵਿੱਚ ਸਮਝਾਇਆ ਹੈ, ਉਪਦੇਸ਼ ਦਿੱਤਾ ਹੈ ਕਿ ਭਾਈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਕਲਮਲ ਕਰੋ ਅੰਤ ਦੁਖਦਾਈ, ਜਪੋ ਨਾਮ ਸਭ ਹੋਏ ਸਹਾਈ। ਕਿ ਆਪ ਜੀ ਕਲਮਲ ਕਰਦੇ ਹੋ, ਪਾਪ ਕਰਦੇ ਹੋ, ਲੋਕਾਂ ਦੇ ਤਾਂ ਉਪਦੇਸ਼ ਦਿੰਦੇ ਹੋ, ਪਰ ਆਪ ਜੀ ਦੇ ਮਨ ਦੀ ਜਿਹੜੀ ਦਸ਼ਾ ਹੈ, ਆਪ ਜੀ ਦੇ ਮਨ ਦੀ ਜਿਹੜੀ ਹਾਲਤ ਹੈ, ਬੜੀ ਹੀ ਤਰਸਯੋਗ ਹੈ। ਤੇ ਆਪ ਜੀ ਦਾ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ? ਜਪੋ ਨਾਮ ਸਭ ਹੋਏ ਸਹਾਈ। ਭਾਈ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਉਸ ਦੇ ਨਾਮ ਨੂੰ ਸਿਮਰਨਾ ਕਰੋ। ਜਿਤਨੀ ਦੇਰ ਤੁਸੀਂ ਗੱਲਾਂ ਕਰੋਗੇ, ਉਤਨੀ ਦੇਰ ਤੁਹਾਡਾ ਪਾਰ ਉਤਾਰਾ ਨਹੀਂ ਹੋਵੇਗਾ। ਜੇਕਰ ਸੁਣੋਗੇ ਔਰ ਸੁਣ ਕਰਕੇ ਮੰਨੋਗੇ, ਉਸ ਪਰਮੇਸ਼ਰ ਦੇ ਨਾਮ ਨੂੰ ਜਪੋਗੇ, ਤਾਂ ਹੀ ਇਹ ਜਿਹੜਾ ਪ੍ਰਭੂ ਦਾ ਨਾਮ ਹੈ ਤੁਹਾਡਾ ਸਹਾਇਕ ਬਣੇਗਾ, ਤੁਹਾਡਾ ਮਦਦਗਾਰ ਬਣੇਗਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਦਾ ਜੋ ਪਾਵਨ ਪਵਿੱਤਰ ਉਪਦੇਸ਼ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੈ। ਅੱਜ ਦੇ ਦੀਵਾਨਾਂ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅੱਗੇ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਇਆ ਸਦਨ ਕੇ ਬਦਨ ਤੇ, ਬਚਨ ਸੁਨੇ ਗਤ ਦੈਨ। ਜਿਸ ਵੇਲੇ ਉਸ ਪੰਡਤਾਂ ਨੇ ਇਸ ਤਰ੍ਹਾਂ ਦੇ ਬਚਨ ਦਇਆ ਐਨ, ਦਇਆ ਦੇ ਘਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸੁਣਿਆ ਹੈ। ਕਿਹੜੇ ਬਚਨਾਂ ਨੂੰ ਸੁਣਿਆ ਹੈ? ਜੋ ਗਤ ਦੇਣ ਵਾਲੇ ਨੇ, ਭਾਵ ਮੁਕਤੀ ਦੇਣ ਵਾਲੇ ਨੇ। ਉਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਹਿਰਦੈ ਸ਼ੁੱਧ ਬੰਧਨ ਕਰਤ, ਸਿੱਖ ਭਏ ਮਨ ਚੈਨ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਸੁਣਿਆ ਹੈ ਕਿ ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਤੁਹਾਡਾ ਭਲਾ ਨਹੀਂ ਹੋ ਸਕਦਾ। ਉਸ ਦੇ ਨਾਮ ਜਪਣ ਤੋਂ ਬਿਨਾਂ ਜਿਤਨਾ ਵੀ ਮਰਜ਼ੀ ਪਾਖੰਡ ਕਰ ਲਓ, ਜਿਤਨੀਆਂ ਵੀ ਗੱਲਾਂ ਸੁਣਾ ਲਓ, ਤੁਹਾਡਾ ਜੋ ਪਾਰ ਉਤਾਰਾ ਨਹੀਂ ਹੋਵੇਗਾ। ਹਿਰਦੈ ਸ਼ੁੱਧ ਬੰਧਨ ਕਰਤ, ਸਿੱਖ ਭਏ ਮਨ ਚੈਨ। ਤੇ ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਨਾਮ ਜਪਣ ਦਾ ਪਾਵਨ ਉਪਦੇਸ਼ ਉਹਨਾਂ ਪੰਡਤਾਂ ਦੇ ਤਾਈਂ, ਉਤੋਂ ਦੀ ਸੰਗਤ ਦੇ ਤਾਈਂ ਦੇਣਾ ਕੀਤਾ ਹੈ। ਕਵੀ ਜੀ ਕਹਿੰਦੇ ਨੇ, ਹਿਰਦੈ ਸ਼ੁੱਧ ਬੰਧਨ ਕਰਤ, ਮਨ ਨਿਰਮਲ ਹੋ ਗਏ ਨੇ, ਗੁਰੂ ਦੇ ਬਚਨਾਂ ਨੂੰ ਸ਼ਰਵਣ ਕੀਤਾ ਹੈ। ਸਿੱਖ ਭਏ ਮਨ ਚੈਨ, ਸਿੱਖ ਹੋ ਗਏ ਹਨ ਤੇ ਮਨ ਨੂੰ ਸ਼ਾਂਤੀ ਆ ਗਈ ਹੈ। ਚੌਪਈ ਜਿਤੇ ਹੁਤੇ ਜਾਤਰੀ ਤਹਿ ਥਾਈ, ਸੁਨ ਸਤਿਗੁਰ ਟਿਕ ਆਵਤ ਧਾਈ। ਅਤੇ ਉਸ ਵੇਲੇ ਕੀ ਹੋਇਆ ਹੈ? ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪੰਡਤਾਂ ਦੇ ਤਾਈਂ, ਸੰਗਤਾਂ ਦੇ ਤਾਈਂ ਉਪਦੇਸ਼ ਦੇ ਰਹੇ ਹਨ, ਜੋ ਮਨ ਕਰਕੇ ਅਪਵਿੱਤਰ ਨੇ, ਪਖੰਡ ਕਰਦੇ ਨੇ, ਹਿਰਦੇ ਦੇ ਵਿੱਚ ਉਹਨਾਂ ਨੇ ਉਸ ਪ੍ਰਭੂ ਦੇ ਨਾਮ ਨੂੰ ਨਹੀਂ ਵਸਾਇਆ ਹੋਇਆ ਹੈ।
ਉਸ ਵੇਲੇ ਕੀ ਹੋਇਆ ਹੈ, ਜਿੰਨੀ ਵੀ ਸੰਗਤ ਹੈ, ਜਿਤਨੇ ਵੀ ਯਾਤਰੀ ਉਸ ਮੇਲੇ ਦੇ ਉੱਪਰ ਜਮਨਾ ਦੇ ਕਿਨਾਰੇ ਦੇ ਉੱਪਰ ਪਹੁੰਚੇ ਹੋਏ ਹਨ, ਸੁਣ ਸਤਿਗੁਰ ਟਿਕ ਆਵਤ ਧਾਈ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਆ ਰਹੇ ਨੇ ਦੌੜ ਕਰਕੇ। ਬੰਧਨ ਕਰਹਿ ਉਪਾਇਨ ਧਰਿ ਕੈ, ਬਿਨ ਪਨ ਮਹਾਪੁਰਖ ਵਿਚਰ ਕੈ। ਅਤੇ ਬੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਉਪਾਇਨਾਂ ਧਰਦੇ ਨੇ, ਭਾਵ ਉਪਾਇਨ ਭੇਟਾਂ ਧਰਦੇ ਨੇ। ਬੜੀਆਂ ਭੇਟਾਵਾਂ ਯਥਾ ਸ਼ਕਤ ਆਪਣੀ ਸਮਰੱਥਾ ਦੇ ਅਨੁਸਾਰ ਭੇਟਾਂ ਰੱਖ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਤੇ ਆਪਣੇ ਮਨ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕਰ ਰਹੇ ਹਨ। ਸ੍ਰੀ ਗੁਰੂ ਸਭਨ ਦੇ ਉਪਦੇਸ਼ਾ, ਸਤਿਨਾਮ ਸਿਮਰੋ ਜਗ ਤੇਸ਼ਾ। ਅਤੇ ਉਸ ਵੇਲੇ ਜਿਸ ਵੇਲੇ ਆ ਕਰਕੇ ਸੰਗਤ ਨੇ, ਯਾਤਰੀਆਂ ਨੇ ਆ ਕਰਕੇ ਬੇਨਤੀ ਕੀਤੀ ਹੈ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਸਾਰਿਆਂ ਨੂੰ ਹੀ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ। ਕਹਿ ਰਹੇ ਹਨ, ਸਤਿਨਾਮ ਸਿਮਰੋ ਜਗਤੇਸ਼ਾ। ਜਗਤ ਦੇ ਈਸ਼ਵਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਹੈ, ਇਹ ਭਾਈ ਉਸ ਨੂੰ ਸਿਮਰਨਾ ਕਰੋ, ਉਸ ਨੂੰ ਯਾਦ ਕਰਨਾ ਕਰੋ, ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੋ। ਪਾਉ ਭਗਤ ਕਰੀਏ ਛਲ ਖੋਏ, ਆਸ ਜੇ ਕਰਹੁ ਤੁਮਰੀ ਗਾਤ ਹੋਏ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਆ ਕਰਕੇ ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਹੈ, ਬੇਨਤੀ ਕਰ ਰਹੇ ਨੇ, ਕਹਿੰਦੇ ਨੇ ਸਤਿਗੁਰੂ ਸਾਹਿਬ ਜੀ ਕਹਿ ਰਹੇ ਹਨ, ਭਾਉ ਭਗਤ ਕਰੀਏ ਛਲ ਖੋਏ। ਜਿਹੜੇ ਕਪਟ ਨੇ ਨਾ, ਉਹਨਾਂ ਨੂੰ ਨਾਸ਼ ਕਰਕੇ, ਆਪਣੇ ਹਿਰਦੇ ਦੇ ਵਿੱਚੋਂ ਕਪਟ ਨੂੰ ਗਵਾ ਕਰਕੇ ਪ੍ਰੇਮਾ ਭਗਤੀ ਦੇ ਨਾਲ, ਪ੍ਰੇਮ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੋ, ਉਸ ਵਾਹਿਗੁਰੂ ਦੀ ਭਗਤੀ ਦੇ ਵਿੱਚ ਜੁੜਨਾ ਕਰੋ। ਅਸ ਜੇ ਕਰੋ ਤੁਮਰੀ ਗਤ ਹੋਏ। ਭਾਈ ਜੀ ਇਸ ਪਖੰਡ ਨੂੰ ਤਿਆਗ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪ ਜੀ ਜਪਣਾ ਕਰੋਗੇ, ਆਪ ਜੀ ਦੀ ਜਿਹੜੀ ਮੁਕਤੀ ਹੋਵੇਗੀ, ਆਪ ਜੀ ਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਦਿਵਸ ਤੀਨ ਤਹਿ ਰਾਖਿਓ ਡੇਰਾ, ਕਰ ਕੈ ਮਰਦਨ ਦੰਭ ਕਨੇਰਾ। ਅਤੇ ਉਸ ਯਮੁਨਾ ਦੇ ਕਿਨਾਰੇ ਦੇ ਉੱਪਰ ਜਿੱਥੇ ਮੇਲਾ ਲੱਗਾ ਹੋਇਆ ਹੈ, ਜਿਸ ਅਸਥਾਨ ਤੇ ਲੁਗਾਈ ਨੂੰ ਉਤਾਰਦੇ ਹੋਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੈਠੇ ਹੋਏ ਹਨ। ਕਵੀ ਜੀ ਕਹਿ ਰਹੇ ਹਨ ਕਿ ਉਸ ਅਸਥਾਨ ਦੇ ਉੱਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ 3 ਦਿਨ ਜੋ ਆਪਣਾ ਜੋ ਡੇਰਾ ਹੈ, ਟਿਕਾਣਾ ਹੈ, ਉਹ ਬਣਾਇਆ ਹੋਇਆ ਹੈ 3 ਦਿਨਾਂ ਤੋਂ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ 3 ਦਿਨ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ, ਅਤੇ ਉਪਦੇਸ਼ ਦੇਣ ਤੋਂ ਬਾਅਦ ਅੱਗੇ ਚੱਲਣਾ ਕੀਤਾ ਹੈ। ਆਗਾ ਗਮਨ ਕੀਨ ਗੁਣ ਖਾਨੀ, ਜਾਹੇ ਅਨੇਕ ਉਧਾਰੇ ਪ੍ਰਾਨੀ। ਅਤੇ ਉਸ ਯਮੁਨਾ ਦੇ ਕੰਢੇ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੱਗੇ ਜਾਣਾ ਕੀਤਾ ਹੈ। ਬਹੁਤ ਹੀ ਥਾਵਾਂ ਦੇ ਉੱਪਰ ਜਾ ਕਰਕੇ ਜੋ ਪ੍ਰਾਣੀ ਨੇ, ਜੋ ਲੋੜਵੰਦ ਨੇ, ਜਿਨ੍ਹਾਂ ਨੂੰ ਤੜਪ ਹੈ ਗੁਰੂ ਦੇ ਦਰਸ਼ਨਾਂ ਦੀ, ਉਹਨਾਂ ਦਾ ਜਾ ਕਰਕੇ ਉਧਾਰ ਕੀਤਾ ਹੈ। ਦੋਹਰਾ ਕਰਤੇ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖਦਾਏ। ਅਤੇ ਉਸ ਵੇਲੇ ਕੀ ਹੋਇਆ ਹੈ, ਭਾਈ ਬਾਲਾ ਜੀ ਦੇ ਨਾਲ, ਭਾਈ ਮਰਦਾਨਾ ਜੀ ਦੇ ਨਾਲ ਇਸ ਤਰ੍ਹਾਂ ਜੋ ਬਚਨ ਬਿਲਾਸ ਕਰਦੇ ਹੋਏ ਦੁੱਖ ਨਾਸ਼ਕ, ਜੋ ਦੁੱਖਾਂ ਨੂੰ ਨਾਸ਼ ਕਰਨ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਨ, ਔਰ ਸੁੱਖਾਂ ਨੂੰ ਦੇਣ ਵਾਲੇ ਹਨ। ਨਗਰ ਅਯੁਧਿਆ ਜਹ ਤੋ, ਛਿਨ ਮਹਿ ਪਹੁੰਚੇ ਆਏ। ਅਤੇ ਉਸ ਵੇਲੇ ਕਵੀ ਜੀ ਕਹਿੰਦੇ ਨੇ, ਛਿਨ ਵਿੱਚ, ਇੱਕ ਛਿਨ ਭਰ ਦੇ ਵਿੱਚ ਜਿਸ ਅਸਥਾਨ ਤੇ ਅਯੁੱਧਿਆ ਨਗਰੀ ਹੈ, ਉਸ ਅਸਥਾਨ ਤੇ ਆ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਹੁੰਚ ਗਏ ਹਨ। ਚੌਪਈ ਸਰਤਾ ਪਰ ਬੈਠੇ ਗੁਰ ਪੂਰਨ, ਜਗ ਮਹਿ ਦੰਭ ਕੀਨ ਜਨ ਚੂਰਨ। ਅਤੇ ਉਸ ਵੇਲੇ ਕੀ ਹੋਇਆ ਹੈ, ਸਰਤਾ ਨਦੀ ਦੇ ਕਿਨਾਰੇ ਦੇ ਉੱਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆ ਕਰਕੇ ਬੈਠ ਗਏ ਹਨ। ਕਿਹੜੇ ਗੁਰੂ ਸਾਹਿਬ ਜੀ ਬੈਠ ਗਏ ਹਨ? ਜਿਨ੍ਹਾਂ ਨੇ ਪਖੰਡ ਦਾ ਨਾਸ਼ ਜੋ ਜਗਤ ਦੇ ਵਿੱਚੋਂ ਚੂਰਨ ਦੀ ਤਰ੍ਹਾਂ ਕਰ ਦਿੱਤਾ ਹੈ, ਭਾਵ ਮਲੀਆਂ ਮੇਟ ਕਰ ਦਿੱਤਾ ਹੈ। ਸੁਨ ਸ਼੍ਰੀ ਨਾਨਕ ਨਾਮ ਕਿਰਪਾਲਾ, ਪੁਰ ਤੇ ਨਰ ਆਏ ਤਤਕਾਲਾ। ਅਤੇ ਜਿਸ ਵੇਲੇ ਉਸ ਅਸਥਾਨ ਤੇ ਵਿਦਿਆ ਦੇ ਵਿੱਚ ਨਦੀ ਦੇ ਕੰਢੇ ਦੇ ਉੱਪਰ ਬੈਠੇ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆ ਕਰਕੇ, ਨਗਰ ਦੇ ਲੋਕਾਂ ਨੇ ਵੀ ਸੁਣਿਆ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਏ ਹੋਏ ਹਨ, ਜੋ ਕਿਰਪਾਲਾ ਹਨ, ਕਿਰਪਾ ਦੇ ਘਰ ਹਨ, ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲੇ ਨੇ।
ਇਤਨੇ ਗੱਲ ਨੂੰ ਸੁਣ ਕਰਕੇ ਪੁਰਤੇ ਨਰ ਆਏ ਤਤਕਾਲਾ, ਛੇਤੀ ਦੇ ਨਾਲ ਜਿਹੜੇ ਮਨੁੱਖ ਨੇ ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚ ਗਏ ਹਨ। ਹੁਤੇ ਜਹਾਂ ਬੇਦੀ ਕੁਲ ਦੀਪਾ, ਬੈਠੇ ਪੰਡਤ ਆਨ ਸਮੀਪਾ। ਜੋ ਪੰਡਤ ਨੇ, ਜੋ ਵਿਦਵਾਨ ਪੁਰਸ਼ ਨੇ, ਜਿਹੜੇ ਸਮਝ ਨੂੰ ਰੱਖਣ ਵਾਲੇ ਨੇ, ਜਿਹੜੇ ਪੜ੍ਹੇ ਹੋਏ ਪੁਰਸ਼ ਨੇ, ਉਹ ਆ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਬੈਠ ਗਏ ਹਨ। ਕੁਲ ਦੀਪਾ, ਕੁਲ ਦੇ ਦੀਪ, ਕੁਲ ਦੇ ਚਿਰਾਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਆ ਕਰਕੇ ਪੰਡਤ ਬੈਠ ਗਏ ਹਨ। ਬੰਦਨ ਕਰਹਿ ਪਾਉ ਉਰ ਤਰਕੈ, ਹਰਿਖ ਸੁੰਦਰ ਰੂਪ ਨਿਹਰਿਕੈ। ਜਿਹੜੇ ਵੀ ਮਨੁੱਖ ਉਸ ਸਥਾਨ ਤੇ ਪਹੁੰਚੇ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ, ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ, ਆ ਕਰਕੇ ਪ੍ਰੇਮ ਧਾਰ ਕਰਕੇ, ਹਰਿਕੈ ਸੁੰਦਰ ਰੂਪ ਨਿਹਰਿਕੈ, ਕਹਿੰਦੇ ਨੇ ਨਮਸਕਾਰ ਕਰਦੇ ਨੇ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਵਿੱਚ ਭਿੱਜ ਕਰਕੇ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੋ ਸੂਰਜ ਦੀ ਨਿਆਈ, ਜੋ ਪ੍ਰਕਾਸ਼ਮਾਨ ਚਿਹਰਾ ਹੈ, ਉਸ ਦੇ ਦਰਸ਼ਨ ਕਰਕੇ, ਵੇਖ ਕਰਕੇ ਉਸ ਨੂੰ ਪ੍ਰਸੰਨ ਹੁੰਦੇ ਹਨ। ਭਈ ਸਮੀਪ ਪੁਰ ਜਬ ਪੀਰਾ, ਬੋਲੇ ਸਭ ਸੋ ਗੁਨੀ ਗਹੀਰਾ। ਅਤੇ ਜਿਸ ਵੇਲੇ ਬਹੁਤ ਹੀ ਜ਼ਿਆਦਾ ਭੀੜ ਇਕੱਤਰ ਹੋ ਗਈ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ, ਉਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹਨ, ਰਾਮ ਗਏ ਲੈ ਕਰ ਸੰਗ ਨਗਰੀ, ਨੀਚ ਊਚ ਨਰ ਨਾਰੀ ਸਗਰੀ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਅਯੁੱਧਿਆ ਨਗਰ ਦੇ ਵਿੱਚ ਬੈਠੇ ਹੋਏ ਹਨ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਪੰਡਤਾਂ ਦੇ ਤਾਈਂ ਉਹਨਾਂ ਦੀ ਬੁੱਧੀ ਦੀ ਪਰਖ ਕਰਨ ਦੇ ਲਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਇਹ ਭਾਈ, ਇਹ ਜੋ ਰਾਮਚੰਦਰ ਮਹਾਰਾਜ ਹੋਏ ਨੇ, ਉਸ ਨਗਰੀ ਨੂੰ ਨਾਲ ਲੈ ਕਰਕੇ ਗਏ ਸਨ ਕਿ ਵੈਸੇ ਹੀ ਚਲੇ ਗਏ ਸਨ? ਇਸ ਤਰ੍ਹਾਂ ਜੋ ਪ੍ਰਸ਼ਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹਨ। ਦੋਹਰਾ ਇਹ ਆਈ ਕਹਤੇ ਅਬ ਹੈ, ਦੀਸਤ ਉੱਚੇ ਧਾਮ। ਅਤੇ ਇਹ ਗੱਲ ਜੋ ਸੰਸਾਰ ਦੇ ਵਿੱਚ ਪ੍ਰਚਲਿਤ ਹੈ ਕਿ ਅਯੁੱਧਿਆ ਨਗਰੀ ਨੂੰ ਲੈ ਕਰਕੇ ਸ਼੍ਰੀ ਰਾਮਚੰਦਰ ਜੀ ਚਲੇ ਗਏ ਸਨ, ਪਰ ਇਹ ਜਿਹੜੇ ਘਰ ਜਿਹੜੇ ਨੇ, ਮੰਦਿਰ ਜਿਹੜੇ ਨੇ ਉੱਚੇ ਉੱਚੇ ਦਿਸ ਰਹੇ ਨੇ, ਇਹ ਹੁਣ ਕਿੱਥੋਂ ਆ ਗਏ ਹਨ? ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਜੋ ਬਚਨ ਉਚਾਰ ਰਹੇ ਹਨ। ਸੁਨ ਪੰਡਤ ਸਭ ਕਹਿਤ ਪਏ, ਜੀ ਲਏ ਸੰਗ ਰਾਮ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਸੁਣ ਕਰਕੇ ਪੰਡਤ ਕਹਿਣ ਲੱਗੇ ਨੇ ਕਿ ਹੇ ਸਤਿਗੁਰੂ ਸਾਹਿਬ ਜੀਓ, ਸਤਿਗੁਰੂ ਸਾਹਿਬ ਜੀਓ, ਜੋ ਇਹ ਜਿਹੜੀ ਨਗਰੀ ਹੈ, ਇਹ ਨਗਰੀ ਨੂੰ ਨਾਲ ਨਹੀਂ ਲੈ ਕੇ ਗਏ। ਉਹ ਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸਨ, ਜਿਹੜੇ ਇਸ ਅਸਥਾਨ ਤੇ ਜਿੰਨੇ ਵੀ ਪ੍ਰਾਣੀ ਸਨ, ਉਹਨਾਂ ਨੂੰ ਸ਼੍ਰੀ ਰਾਮਚੰਦਰ ਜੀ ਆਪਣੇ ਨਾਲ ਲੈ ਗਏ ਸਨ। ਮੰਦਰ ਸਭ ਧਰਨੀ ਪਰ ਰਹੇ, ਗਏ ਬੈਕੰਠ ਜੀਵ ਜਹ ਅਹੇ। ਅਤੇ ਜਿਹੜੇ ਮੰਦਰ ਨੇ, ਭਾਵ ਘਰ ਨੇ, ਸਾਰੇ ਹੀ ਧਰਤੀ ਦੇ ਉੱਪਰ ਰਹਿ ਗਏ ਹਨ। ਤੇ ਜਿੰਨੇ ਵੀ ਜੀਵ ਸਨ, ਉਹ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਇਸ ਸੰਸਾਰ ਤੋਂ ਉਹਨਾਂ ਦਾ ਜੋ ਪਾਰ ਉਤਾਰਾ ਹੋ ਗਿਆ ਹੈ। ਸ਼੍ਰੀ ਨਾਨਕ ਪੁਨ ਬੈਨ ਉਚਾਰੇ, ਗਏ ਬੈਕੰਠ ਸੋ ਦਰਸ ਨਿਹਾਰੇ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕੀਤੇ ਨੇ ਕਿ ਹੇ ਭਾਈ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਨਾਮ ਨੂੰ ਜਪਿਆ ਹੈ, ਰਾਮ ਦੇ ਨਾਮ ਨੂੰ ਜਪਿਆ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਬਾਣੀ ਦੇ ਵਿੱਚ ਪ੍ਰਮਾਣ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਪਾ, ਜਿਹੜਾ ਸਾਰੇ ਹੀ ਥਾਵਾਂ ਦੇ ਉੱਪਰ ਪਰਿਪੂਰਨ ਹੈ, ਜਰਰੇ ਜਰਰੇ ਦੇ ਵਿੱਚ ਜੋ ਸਮਾਇਆ ਹੋਇਆ ਹੈ, ਉਸ ਦਾ ਨਾਮ ਜਪ ਕਰਕੇ ਜਿਹੜੇ ਲੋਕ ਨੇ ਇਸ ਸੰਸਾਰ ਤੋਂ ਤਰ ਗਏ ਨੇ, ਉਹ ਵੀ ਜਿਹੜੇ ਉਸ ਅਕਾਲ ਪੁਰਖ ਦਾ ਨਾਮ ਜੋ ਰਾਮ ਹੈ, ਉਸ ਨੂੰ ਜਪ ਕਰਕੇ ਜੋ ਰਾਮਚੰਦਰ ਜੀ ਦੇ ਨਾਲ ਹੀ ਚਲੇ ਗਏ ਹਨ। ਅਬ ਤੁਮ ਤਹ ਕੋ ਸਿਮਰਹੁ ਨਾਮ, ਹੋਏ ਤੁਮਾਰੇ ਬੈਕੁੰਠ ਧਾਮ। ਇਹ ਭਾਈ, ਉਸ ਰਾਮ ਦਾ, ਉਸ ਰਮੇ ਹੋਏ ਪਰਮੇਸ਼ਰ ਦਾ ਜੋ ਨਾਮ ਹੈ, ਆਪ ਜੀ ਵੀ ਉਸ ਦੇ ਨਾਮ ਨੂੰ ਜਪਣਾ ਕਰੋ। ਉਸ ਦਾ ਨਾਮ ਜਪ ਕਰਕੇ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਆਪ ਜੀ ਦਾ ਜਾਣਾ ਹੋਵੇਗਾ, ਭਾਵ ਸੱਚਖੰਡ ਵਿੱਚ ਚਲੇ ਜਾਓਗੇ। ਗੁਰੂ ਸੋ ਮਿਲ ਭਗਤੀ ਉਰ ਤਾਰੋ, ਧਿਆਨ ਕਰੋ ਬੰਧਨ ਛੁਟਕਾਰੋ। ਇਹ ਭਾਈ, ਗੁਰੂ ਨੂੰ ਮਿਲ ਕਰਕੇ
ਭਗਤੀ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਨਾ ਕਰੋ। ਗੁਰੂ ਤੋਂ ਬਿਨਾ ਕਦੇ ਵੀ ਜੋ ਪਾਰ ਉਤਾਰਾ ਨਹੀਂ ਹੋਵੇਗਾ। ਇਸ ਤਰ੍ਹਾਂ ਦਾ ਜੋ ਪਾਵਨ ਉਪਦੇਸ਼ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਪੰਡਤਾਂ ਦੇ ਤਾਈਂ ਦੇ ਰਹੇ ਹਨ। ਸਤਿਗੁਰ ਦਰਸ ਸਫਲ ਸੁਖਦਾਈ, ਜਪੋ ਨਾਮ ਹਵੈ ਅੰਤ ਸਹਾਈ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤਾਈਂ ਜੋ ਬਚਨ ਕਰਦੇ ਨੇ, ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਦੇ ਤਾਈਂ ਉਪਦੇਸ਼ ਦੇ ਰਹੇ ਨੇ। ਕਹਿ ਰਹੇ ਹਨ ਕਿ ਹੇ ਭਾਈ, ਸਤਿਗੁਰੂ ਦੇ ਦੁਆਰਾ ਉਸ ਅਕਾਲ ਪੁਰਖ ਦੇ ਨਾਮ ਨੂੰ ਆਪ ਜੀ ਸਿਮਰਨਾ ਕਰੋ। ਉਸ ਦੇ ਨਾਮ ਨੂੰ ਜਪ ਕਰਕੇ ਆਪ ਜੀ ਜਿਹੜੇ ਸੁੱਖ ਪ੍ਰਾਪਤ ਕਰੋਗੇ। ਗੁਰਮੁਖ ਹੋਵੋ ਤਜੋ ਬਿਕਾਰਾ, ਆਪ ਤਰਹੁ ਕਰ ਪਿਤਰਤ ਉਦਾਰਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਹੇ ਪੰਡਤ ਜਨੋ, ਵਿਦਵਾਨ ਪੁਰਸ਼ੋ, ਗੁਰਮੁਖ ਹੋ ਕਰਕੇ, ਗੁਰੂ ਵਾਲੇ ਬਣ ਕਰਕੇ, ਗੁਰੂ ਦੇ ਸਨਮੁਖ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਆਪਣਾ ਅਤੇ ਆਪਣੇ ਜਿਹੜੇ ਪਿਤਰਾਂ ਦਾ, ਵੱਡੇ ਪੁਰਸ਼ਾਂ ਦਾ ਵੀ ਉਦਾਰ ਹੋ ਜਾਣਾ ਕਰੇਗਾ। ਦੋਹਰਾ ਸੁਨ ਪੰਡਤ ਬੂਝਨ ਕਿਓ, ਗੁਰੂ ਕਿਤਕ ਪ੍ਰਕਾਜ। ਅਤੇ ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਪੰਡਤਾਂ ਨੇ ਆਪਣੇ ਕੰਨਾਂ ਦੇ ਵਿੱਚ ਸ਼ਰਵਣ ਕੀਤੇ ਨੇ, ਉਸ ਵੇਲੇ ਪੰਡਤਾਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤਾਈਂ ਜੋ ਪ੍ਰਸ਼ਨ ਕੀਤਾ ਹੈ, ਕਹਿਣ ਲੱਗੇ ਨੇ ਕਿ ਸਤਿਗੁਰੂ ਸਾਹਿਬ ਜੀਓ, ਆਪ ਜੀ ਜੋ ਰਾਮ ਦਾ ਨਾਮ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਸ ਨੂੰ ਗੁਰੂ ਦੇ ਦੁਆਰਾ ਦੱਸ ਰਹੇ ਹੋ ਕਿ ਗੁਰੂ ਦਾ ਉਪਦੇਸ਼ ਲੈ ਕਰਕੇ ਉਸ ਅਕਾਲ ਪੁਰਖ ਦੇ ਨਾਮ ਨੂੰ ਜਪ ਕਰਕੇ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਤੇ ਗੁਰੂ ਕਿਤਕ ਪ੍ਰਕਾਰ, ਤੇ ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਕਿਸ ਨੂੰ ਗੁਰੂ ਕਿਹਾ ਜਾਂਦਾ ਹੈ? ਜਿਹੜਾ ਗੁਰੂ ਹੈ ਇਸ ਸੰਸਾਰ ਸਮੁੰਦਰ ਤੋਂ ਸੋਝੀ ਦੇ ਕਰਕੇ ਪਾਰ ਉਤਾਰਾ ਕਰ ਦੇਵੇਗਾ। ਉਸ ਦੇ ਵੀ ਜੋ ਲੱਛਣ ਸਾਡੇ ਤਾਈਂ ਸਮਝਾਉਣਾ ਕਰੋ। ਉੱਤਰ ਦੇਨੇ ਹੇਤ ਤਬ ਬੋਲੇ ਗੁਰੂ ਉਦਾਰ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦਾ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਸਤਿਗੁਰੂ ਸਾਹਿਬ ਜੀ ਜੋ ਉਦਾਰ ਨੇ, ਸਾਖੀ ਸੁਭਾਅ ਵਾਲੇ ਨੇ, ਜੋ ਦਇਆਲੂ ਨੇ, ਦਇਆ ਕਰਨ ਵਾਲੇ ਨੇ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਨ ਲੱਗੇ ਹਨ। ਚੌਪਈ ਇੱਕ ਪੰਡਿਤ ਗੁਰ ਇੱਕ ਅਵਧੂਤਾ, ਮਹਾਪੁਰਖ ਇੱਕ ਜੇ ਮਤ ਪੂਤਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਕਿਹਾ ਹੈ ਕਿ ਹੇ ਭਾਈ, ਇੱਕ ਪੰਡਿਤ ਗੁਰੂ ਹੈ, ਇੱਕ ਅਵਧੂਤ ਗੁਰੂ ਹੈ, ਤੇ ਇੱਕ ਜਿਹੜਾ ਹੈ ਗਿਆਨੀ ਗੁਰੂ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਬਚਨ ਕਰ ਰਹੇ ਹਨ। ਲਖਨ ਸੁਨਹੁ ਪਿਨ ਮਨ ਮਹੁ ਮਾਨਹ, ਮਾਨਹੁ ਜੇ ਪੰਡਿਤ ਤਨ ਕੋ ਅਯੋ ਜਾਨਹੁ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਨ ਲੱਗੇ ਨੇ ਕਿ ਜਿਹੜੇ ਤਿੰਨ ਗੁਰੂ ਅਸੀਂ ਆਪ ਜੀ ਦੇ ਤਾਈਂ ਕਹਿਣਾ ਕੀਤੇ ਨੇ, ਅਵਧੂਤ ਗੁਰੂ, ਵਿਦਿਆ ਤੋਂ ਅਣਜਾਣ ਗੁਰੂ, ਔਰ ਜਿਹੜਾ ਗੁਰੂ ਦੂਸਰਾ ਹੈ ਗਿਆਨੀ ਗੁਰੂ ਹੈ, ਉਹਨਾਂ ਦੇ ਸਾਰਿਆਂ ਦੇ ਹੀ ਜਿਹੜੇ ਲੱਛਣ ਹਨ ਉਹ ਆਪ ਜੀ ਸ਼ਰਵਣ ਕਰਨਾ ਕਰੋ। ਆਨ ਤਾਰੂ ਜ ਬਚਨ ਅਲਾਏ, ਨਦੀ ਪਾਰ ਤਡ ਹੋਤ ਲਿਖਾਏ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇੱਕ ਇੱਕ ਕਰਕੇ ਉਹਨਾਂ ਦੇ ਤਾਈਂ ਸਮਝਾ ਰਹੇ ਨੇ ਕਿ ਹੇ ਭਾਈ, ਜਿਸ ਤਰ੍ਹਾਂ ਅਨਤਾਰੂ ਤੈਰਨਾ ਨਾ ਜਾਣਦਾ ਹੋਵੇ ਤੇ ਉਹ ਨਦੀ ਤੋਂ ਪਾਰ ਹੋਣ ਦੀ ਗੱਲ ਸਮਝਾ ਰਿਹਾ ਹੋਵੇ, ਇੱਕ ਇਸ ਤਰ੍ਹਾਂ ਦਾ ਜੋ ਗੁਰੂ ਹੈ। ਤਰਹੁ ਤਾਹੇ ਹੋਵੋਗੇ ਪਾਰੂ, ਤਰ ਨਹਿ ਜਾਣਹਿ ਕਰਹਿ ਉਚਾਰੂ। ਅਤੇ ਉਹ ਤਰਨ ਦੇ ਨਾਲ ਹੀ ਨਦੀ ਤੋਂ ਪਾਰ ਹੋਣਾ ਕਰਦਾ ਹੈ ਜੀਵ। ਪਰ ਜੇ ਕਹਿਣ ਲੱਗੇ ਕਿ ਨਦੀ ਤੋਂ ਪਾਰ ਹੋਣਾ ਹੈ ਪਰ ਤੈਰਨਾ ਨਹੀਂ ਆਉਂਦਾ ਹੈ, ਤੇ ਤੈਰਨ ਤੋਂ ਬਿਨਾਂ ਕਿਸ ਤਰ੍ਹਾਂ ਨਦੀ ਪਾਰ ਕੀਤੀ ਜਾ ਸਕਦੀ ਹੈ? ਇਸ ਤਰ੍ਹਾਂ ਦਾ ਇੱਕ ਜੋ ਗੁਰੂ ਹੁੰਦਾ ਹੈ ਜੋ ਦੂਸਰਿਆਂ ਦੇ ਤਾਈਂ ਉਪਦੇਸ਼ ਤੈਰਨ ਦਾ ਦੇ ਰਿਹਾ ਹੈ, ਪਰ ਆਪਣੇ ਆਪ ਨੂੰ ਤੈਰਨਾ ਨਹੀਂ ਆਉਂਦਾ ਹੈ। ਆਪ ਨ ਕਰਹਿ ਦੇ ਤੂ ਉਪਦੇਸ਼ਾ, ਪੰਡਿਤ ਗੁਰ ਜਾਨੋ ਤੁਮ ਐਸਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪੰਡਿਤ ਗੁਰੂ ਦੇ ਬਾਰੇ ਸਮਝਾ ਰਹੇ ਹਨ ਕਿ ਪੰਡਿਤ ਗੁਰੂ ਕੈਸਾ ਹੁੰਦਾ ਹੈ, ਕਿ ਆਪ ਉਸ ਨੂੰ ਕੁਝ ਕਰਨਾ ਨਹੀਂ ਆਉਂਦਾ ਹੈ, ਦੂਸਰਿਆਂ ਦੇ ਤਾਈਂ ਉਪਦੇਸ਼ ਦੇ ਰਿਹਾ ਹੈ। ਜੋ ਪੜ੍ਹਦਾ ਹੈ, ਜੋ ਸੁਣਦਾ ਹੈ, ਉਹਨਾਂ ਨੂੰ ਪੜ੍ਹ ਕਰਕੇ ਸੁਣ ਕਰਕੇ ਲੋਕਾਂ ਦੇ ਤਾਈਂ ਸੁਣਾ ਰਿਹਾ ਹੈ, ਪਰ ਜਿਹੜਾ ਉਸ ਦਾ ਅਮਲ ਹੈ ਉਹ ਆਪ ਕਰ ਨਹੀਂ ਰਿਹਾ ਹੈ। ਇਸ ਤਰ੍ਹਾਂ ਦਾ ਜੋ ਪੰਡਿਤ ਗੁਰੂ ਹੁੰਦਾ ਹੈ। ਵੇਦ ਪੁਰਾਨਨ ਕਰੇ ਬਖਾਨਾ, ਲੋਭ ਮੋਹ ਮਹਿ ਬੈਸ ਬਹਾਨਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਹੇ ਭਾਈ,
ਜਿਹੜਾ ਪੰਡਤ ਗੁਰੂ ਹੈ ਉਹ ਵੇਦ ਸ਼ਾਸਤਰਾਂ ਦਾ ਅਧਿਐਨ ਕਰਦਾ ਹੈ, ਪੜ੍ਹਦਾ ਹੈ, ਪਰ ਉਹਦਾ ਜਿਹੜਾ ਮਨ ਹੈ ਉਹ ਸਾਰਾ ਹੀ ਮਾਇਆ ਦੇ ਵਿੱਚ ਲੱਗਾ ਹੋਇਆ ਹੈ। ਉਹ ਸਿਰਫ ਧਾਰਮਿਕ ਗ੍ਰੰਥ ਇਸ ਲਈ ਪੜ੍ਹਦਾ ਹੈ ਕਿ ਲੋਕਾਂ ਨੂੰ ਸੁਣਾਉਣੇ ਨੇ, ਲੋਕਾਂ ਨੂੰ ਸੁਣਾ ਕਰਕੇ ਮੈਨੂੰ ਮਾਇਆ ਇਕੱਤਰ ਹੋਵੇਗੀ। ਉਸ ਤਰ੍ਹਾਂ ਦਾ ਜਿਹੜਾ ਹੈ ਪੰਡਤ ਗੁਰੂ ਹੈ। ਦੋਹਰਾ ਪੁੰਨ ਮਿਲਨ ਕੋ ਜਾਣੀਏ ਹੋਤ ਨਰ ਦਾ ਗਿਆਨ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਪੰਡਤ ਗੁਰੂ ਹੈ ਉਸ ਨੂੰ ਮਿਲਣ ਦਾ ਪੁੰਨ ਜਾਣਨਾ ਕਰੋ। ਜੇ ਕੋਈ ਕਥਾ ਵਾਰਤਾ ਸੁਣਾਉਂਦਾ ਹੈ, ਕੋਈ ਕਹਿੰਦਾ ਹੈ, ਉਸ ਨੂੰ ਮਿਲਣ ਦਾ ਜੋ ਪੁੰਨ ਹੈ, ਪਰ ਉਸ ਤੋਂ ਕਦੇ ਵੀ ਕਿਸੇ ਦਾ ਉਧਾਰ ਨਹੀਂ ਹੋਵੇਗਾ। ਪੁੰਨ ਜੋ ਹੈ ਅਵਧੂਤ ਗੁਰ ਵਿਦਿਆ ਤੇ ਅਨਜਾਨ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਪੰਡਤ ਗੁਰੂ ਦੇ ਬਾਰੇ ਸਮਝਾਇਆ ਹੈ। ਹੁਣ ਦੂਸਰਾ ਜਿਹੜਾ ਅਵਧੂਤ ਗੁਰੂ ਹੈ, ਭਾਵ ਜਿਹੜਾ ਅਨਪੜ੍ਹ ਹੈ, ਜਿਸ ਨੇ ਕਿਸੇ ਚੰਗੇ ਪੁਰਖ ਦੀ ਸੰਗਤ ਕਰਕੇ ਉਸ ਅਕਾਲ ਪੁਰਖ ਮਹਾਰਾਜ ਦੇ ਨਾਲ ਆਪਣਾ ਜੋਗ ਬਣਾਇਆ ਹੋਇਆ ਹੈ, ਜੁੜਿਆ ਹੋਇਆ ਹੈ, ਉਸ ਦੇ ਬਾਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੱਸ ਰਹੇ ਹਨ। ਚੌਪਈ ਮਿਲਾ ਸੰਤ ਕੋ ਜੋ ਗਹਿ ਪਇਓ ਗਿਆਨ ਔਰ ਮੋਹ ਮਿਟਾਇਓ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਕਿਸੇ ਸੰਤ ਨੂੰ ਮਿਲ ਕਰਕੇ, ਮਹਾਨ ਸ਼ਖਸੀਅਤ ਨੂੰ ਮਿਲ ਕਰਕੇ, ਜਿਸ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਮ ਨੂੰ ਜਪਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਉਸ ਨੇ ਸਾਰਾ ਹੀ ਜਿਹੜਾ ਅਵਧੂਤ ਗੁਰੂ ਹੈ, ਭਾਵ ਅਨਪੜ੍ਹ ਗੁਰੂ ਹੈ, ਉਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਆਪ ਤਰੈ ਭਵ ਸਾਗਰ ਸੋਏ ਔਰ ਉਧਾਰਨਾ ਤਹਤੇ ਹੋਏ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅਵਧੂਤ ਗੁਰੂ ਦੇ ਬਾਰੇ ਸਮਝਾ ਰਹੇ ਨੇ। ਕਹਿੰਦੇ ਨੇ ਕਿ ਉਸ ਦੀ ਹਾਲਤ ਕੀ ਹੈ, ਜਿਹੜਾ ਅਵਧੂਤ ਗੁਰੂ ਹੈ, ਜਿਸ ਨੇ ਸੰਗਤ ਕੀਤੀ ਮਹਾਂਪੁਰਸ਼ ਦੀ, ਅਤੇ ਮਿਲਾਪ ਉਸ ਰੱਬ ਦੇ ਨਾਲ ਹੋ ਗਿਆ ਹੈ। ਕਹਿੰਦੇ ਨੇ ਉਸਨੇ ਆਪਣਾ ਮੋਹ ਮਾਇਆ ਦਾ ਜਿਹੜਾ ਚੱਕਰ ਹੈ ਉਹ ਖਤਮ ਕਰ ਲਿਆ ਹੈ। ਉਸ ਦੀ ਅਵਸਥਾ ਕੀ ਹੈ? ਆਪ ਤਰਹਿ ਨਹਿ ਔਰੇ ਤਾਰੇ, ਤੇ ਆਪ ਤਾਂ ਤਰ ਜਾਂਦਾ ਹੈ, ਪਰ ਹੋਰ ਕਿਸੇ ਮਨੁੱਖ ਨੂੰ ਉਹ ਜੋ ਸੰਸਾਰ ਸਮੁੰਦਰ ਤੋਂ ਤਾਰ ਨਹੀਂ ਸਕਦਾ ਹੈ। ਜੋ ਜਲ ਬਿਖੈ ਨਸ਼ਟ ਕਾ ਜਾਈ ਆਪ ਤਰੈ ਨਹਿ ਔਰ ਤਰਾਈ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਉਸ ਗੁਰੂ ਦੀ ਹਾਲਤ ਕੈਸੀ ਹੈ, ਉਹ ਕਿਸ ਤਰ੍ਹਾਂ ਦਾ ਗੁਰੂ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਜਿਸ ਤਰ੍ਹਾਂ ਜਲ ਦੇ ਵਿੱਚ, ਨਦੀ ਦੇ ਵਿੱਚ ਤੈਰਦੀ ਹੋਈ ਇੱਕ ਛੋਟੀ ਜਿਹੀ ਸੋਟੀ ਜਾਂਦੀ ਹੈ, ਜੋ ਉਹ ਜਾ ਰਹੀ ਹੈ, ਉਹ ਆਪ ਤਾਂ ਤਰ ਰਹੀ ਹੈ, ਪਰ ਉਹ ਆਸਰਾ ਦੇ ਕਰਕੇ ਕਿਸੇ ਨੂੰ ਤਾਰ ਨਹੀਂ ਸਕਦੀ ਹੈ। ਇਸ ਤਰ੍ਹਾਂ ਜੋ ਅਵਧੂਤ ਗੁਰੂ ਹੁੰਦਾ ਹੈ। ਪੁਨ ਜੇ ਮਹਾਪੁਰਖ ਗੁਰ ਜਾਣੋ ਸਭ ਵਿਦਿਆ ਮਹਿ ਨਿਪੁੰਨ ਪਛਾਨੋ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਜਿਹੜਾ ਫਿਰ ਤੀਸਰਾ ਗੁਰੂ ਹੈ, ਪੁਨ ਜੇ ਮਹਾਪੁਰਖ ਗੁਰ ਜਾਣੋ। ਇਹ ਭਾਈ ਜਿਹੜਾ ਮਹਾਪੁਰਖ ਗੁਰੂ ਜਾਣਿਆ ਜਾਂਦਾ ਹੈ, ਸਭ ਵਿਦਿਆ ਮਹਿ ਨਿਪੁੰਨ ਪਛਾਨੋ, ਸਾਰੀਆਂ ਹੀ ਵਿਦਿਆਵਾਂ ਦੇ ਵਿੱਚ ਜਿਹੜਾ ਮਾਹਰ ਹੈ, ਜਿਸ ਨੂੰ ਸਾਰਾ ਹੀ ਗਿਆਨ ਹੈ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਜਿਹੜਾ ਸਾਰਿਆਂ ਦੀ ਅੰਦਰਲੀ ਔਰ ਬਾਹਰਲੀ ਪੀੜਾ ਨੂੰ ਜਾਣਨ ਵਾਲਾ ਹੈ, ਉਹ ਜੋ ਗਿਆਨੀ ਗੁਰੂ ਹੁੰਦਾ ਹੈ। ਜਿਹ ਕੋ ਮਿਲਹਿ ਮੁਨ ਜਿਹ ਜਾਈ ਹਵੈ ਉਧਾਰ ਸਹਜੇ ਗਤ ਪਾਈ। ਅਤੇ ਐਸਾ ਮਹਾਂਪੁਰਖ ਗੁਰੂ ਹੈ ਜਿਸ ਦੇ ਬਾਰੇ, ਤੀਸਰੇ ਗੁਰੂ ਦੇ ਬਾਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪੰਡਤਾਂ ਦੇ ਤਾਈਂ ਦੱਸ ਰਹੇ ਨੇ। ਤਿਨ ਕੋ ਮਿਲਹਿ ਮਨੁਜ ਜੇ ਜਾਈ, ਜਿਹੜਾ ਇਸ ਤਰ੍ਹਾਂ ਦਾ ਗਿਆਨੀ ਗੁਰੂ ਹੈ, ਮਹਾਂਪੁਰਖ ਗੁਰੂ ਹੈ, ਇਹ ਭਾਈ ਉਸ ਨੂੰ ਜੇਕਰ ਕੋਈ ਮਿਲਣਾ ਕਰੇ ਜਾ ਕਰਕੇ ਹੈ ਆਧਾਰ ਸਹਿਜੇ ਗੱਦ ਪਾਈ, ਅਤੇ ਉਸ ਦਾ ਜਿਹੜਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ, ਸਹਿਜੇ ਹੀ ਉਹ ਜੋ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਜਿਹ ਉਪਦੇਸ਼ ਹੈ ਦੇਹ ਗਿਆਨਾ ਐਸੇ ਮਹਾਪੁਰਖ ਸੁਖਦਾਨਾ। ਅਤੇ ਤੀਸਰੇ ਗੁਰੂ ਦੇ ਬਾਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਗੁਰੂ ਨੇ, ਜਿਹੇ ਉਪਦੇਸ਼ ਹੈ ਦੇਹ ਗਿਆਨਾ, ਜਿਸ ਦਾ ਉਪਦੇਸ਼ ਹਮੇਸ਼ਾ ਹੀ ਗਿਆਨ ਦਿੰਦਾ ਹੈ, ਜਿਸ ਦੇ ਉਪਦੇਸ਼ ਦੇ ਨਾਲ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾਸ ਹੋ ਜਾਂਦਾ ਹੈ। ਐਸੇ ਮਹਾਂਪੁਰਖ ਸੁਖਦਾਨਾ, ਐਸੇ ਮਹਾਂਪੁਰਖ ਜਿਹੜੇ ਨੇ ਸੱਚੇ ਸਤਿਗੁਰੂ ਹੁੰਦੇ ਨੇ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।
ਗਿਆਨ ਸੁਲਾਕਾਂ ਦੈ ਬੁੱਧ ਲੋਚਨ ਕਰਹਿ ਤਮ ਅਗਿਆਨ ਵਿਮੋਚਨ। ਇਸ ਤਰ੍ਹਾਂ ਦੇ ਜਿਹੜੇ ਗੁਰੂ ਨੇ, ਮਹਾਂਪੁਰਖ ਗੁਰੂ ਨੇ, ਉਹ ਜਿਹੜਾ ਪਾਰ ਉਤਾਰਾ ਇਸ ਸੰਸਾਰ ਦੇ ਉੱਪਰੋਂ ਕਰ ਦਿੰਦੇ ਨੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਉਰਾਨ। ਤੇ ਸ਼ਬਦ ਦੇ ਨਾਲ ਲੱਗ ਕਰਕੇ, ਸ਼ਬਦ ਗੁਰੂ ਦੇ ਨਾਲ ਜਿਸ ਵੇਲੇ ਜੀਵ ਜੁੜਦਾ ਹੈ, ਉਸ ਮਹਾਂਪੁਰਖ ਗੁਰੂ ਦੇ ਨਾਲ ਜੁੜ ਕਰਕੇ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਪੰਡਤਾਂ ਦੇ ਪ੍ਰਸ਼ਨ ਕਰਨ ਦੇ ਅਨੁਸਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪੰਡਤਾਂ ਦੇ ਪ੍ਰਸ਼ਨ ਦੇ ਉੱਤਰ ਦਿੱਤਾ ਹੈ। ਤਿੰਨ ਤਰ੍ਹਾਂ ਦੇ ਗੁਰੂ ਦੱਸੇ ਨੇ, ਗਿਆਨੀ ਗੁਰੂ, ਅਵਧੂਤ ਗੁਰੂ ਅਤੇ ਮਹਾਂਪੁਰਖ ਗੁਰੂ। ਜੋ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੋ ਜਾਗਤ ਜੋਤ ਨ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ ਦੇ ਮਹਾਵਾਕਾਂ ਦੇ ਅਨੁਸਾਰ ਜੋ ਸੱਚੇ ਸਤਿਗੁਰੂ ਦੀ ਗੱਲ ਕੀਤੀ ਹੈ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ। ਜੋ ਸ਼ਬਦ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ, ਦਸਾਂ ਗੁਰੂ ਸਾਹਿਬਾਂ ਨੇ ਆਪਾਂ ਨੂੰ ਜੋੜਿਆ ਹੈ। ਸ਼ਬਦ ਤੋਂ ਵੱਡਾ ਕੋਈ ਗੁਰੂ ਨਹੀਂ ਹੈ, ਇਹ ਹੀ ਮਹਾਂਪੁਰਖ ਹੈ। ਸ਼ਬਦ ਦੇ ਨਾਲ ਜੁੜ ਕਰਕੇ ਹੀ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਇਸ ਤਰ੍ਹਾਂ ਦਾ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪੰਡਤਾਂ ਦੇ ਤਾਈਂ ਦਿੱਤਾ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਕਿਰਪਾ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼੍ਰਵਣ ਕਰਾਂਗੇ। ਅੱਜ ਦੇ ਦੀਵਾਨ ਦੇ ਵਿੱਚ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਔਰ ਸਤਿਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੇ ਕਤੇ ਨ ਛੁਟੀਐ, ਖਿਨ ਖਿਨ ਭੁੱਲਣ ਹਾਰ। ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪੰਜਵਾ। ਭੁੱਖੇ ਰੱਖਣਹਾਰ